ਇਹ ਜਿਹੜਾ ਫੇਰੀ ਹੈ ਜਿਹੜੀ ਸਾਡਾ ਟੂਰ ਦਾ ਪ੍ਰੋਗਰਾਮ ਬਣਿਆ, ਸਾਡਾ ਮੇਨ ਪਰਪਸ ਇਹਦੇ 'ਚ ਇੱਕੋ ਹੀ ਹੈ ਸਭ ਤੋਂ ਮੇਨ, ਕਿ ਅਸੀਂ ਦਿੱਲੀ ਦੇ ਮੋਰਚੇ ਨੂੰ ਕਿਵੇਂ ਸਫਲ ਬਣਾਇਆ ਜਾਏ, ਕਿਵੇਂ ਮਜ਼ਬੂਤ ਕੀਤਾ ਜਾਏ, ਕਿਵੇਂ ਰਾਜਸਥਾਨ ਦੀ ਭਾਗੀਦਾਰੀ ਇਸ ਮੋਰਚੇ ਦੇ ਵਿੱਚ ਵਧਾਈ ਜਾਵੇ। ਉਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਸਾਡੇ ਕੋਲ ਵਾਰ-ਵਾਰ ਇੰਦਰਜੀਤ ਹੋਰਾਂ ਦਾ ਅਪੀਲ ਜਾ ਰਹੀ ਸੀ ਕਿ ਸਾਨੂੰ ਸਮਾਂ ਦਿਓ, ਸਾਡੇ ਇਲਾਕੇ ਨੂੰ ਸਮਾਂ ਦਿਓ। ਤਾਂ ਉਹਦੇ 'ਚੋਂ ਅਸੀਂ ਇਹ ਪ੍ਰੋਗਰਾਮ ਦਿੱਤਾ ਸੀ। ਇੱਥੇ ਸਾਡਾ ਜਿਹੜਾ ਇਹ ਪ੍ਰੋਗਰਾਮ ਸੀ, ਮੇਨ ਪਰਪਸ ਹੈ ਕਿ ਕਿਸਾਨਾਂ ਨੂੰ ਹਕੀਕਤ ਤੋਂ ਜਾਣੂ ਕਰਾਉਣਾ। ਜਿਵੇਂ ਕਿ ਬੀਜੇਪੀ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਭਰਮ ਫੈਲਾ ਰਹੀ ਹੈ ਕਿ ਕਾਨੂੰਨਾਂ 'ਚ ਕਾਲਾ ਕੀ ਹੈ, ਔਰ ਉਹ ਇਹ ਕਹਿ ਕੇ ਲੋਕਾਂ ਨੂੰ ਮੂਰਖ ਬਣਾਉਣ ਦਾ ਯਤਨ ਕਰਦੀ ਹੈ ਕਿ ਮੋਦੀ ਸਾਹਿਬ ਨੇ ਕਹਿਤਾ ਕਿ MSP ਥੀ, MSP ਹੈ ਔਰ MSP ਰਹੇਗੀ। ਔਰ ਮੋਦੀ ਜੀ ਨੇ ਕਾਨੂੰਨ ਦੇ ਵਿੱਚ ਸ਼ਾਮਲ ਕਰਤੀ ਗੱਲ ਕਿ ਕਿਸਾਨਾਂ ਦੀ ਜ਼ਮੀਨ ਨਾ ਕੋਈ ਗਹਿਣੇ ਲੈ ਸਕਦਾ ਹੈ, ਨਾ ਕੋਈ ਬੈ ਲੈ ਸਕਦਾ ਹੈ, ਨਾ ਕੋਈ ਠੇਕੇ 'ਤੇ ਲੈ ਸਕਦਾ ਹੈ। ਇਹ ਗੱਲਾਂ ਆਪਣੇ ਆਪ ਦੇ ਵਿੱਚ ਬੜੀਆਂ ਵੱਡੀਆਂ ਕਰ ਕਰਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ, ਔਰ ਉਹ ਸਾਰੀਆਂ ਗੱਲਾਂ ਦੇ ਅੱਜ ਪਰਦੇਫਾਸ਼ ਕਰਨੇ ਉਹਦੀ ਲੋੜ ਸਮਝਦਾ ਹੋਇਆ, ਜਿਵੇਂ ਇੱਥੋਂ ਦੇ ਆਗੂਆਂ ਨੇ ਲੋੜ ਲੱਗੀ ਕਿ ਲੋਕਾਂ ਨੂੰ ਸਮਝਾਉਣ ਦੀ ਲੋੜ ਹੈ, ਉਹਦੇ 'ਚੋਂ ਅਸੀਂ ਇੱਥੇ ਆਏ ਹਾਂ ਔਰ ਕਲੀਅਰ ਕੀਤਾ ਹੈ ਕਿ ਕਿਸ ਤਰੀਕੇ ਦੇ ਛੜਯੰਤਰ ਰਚੇ ਗਏ ਨੇ, ਕਿਵੇਂ APMC ਮੰਡੀ ਬਰਬਾਦ ਕਰਕੇ ਪ੍ਰਾਈਵੇਟ ਮੰਡੀ ਲਿਆਉਣੀ ਹੈ, ਔਰ ਪ੍ਰਾਈਵੇਟ ਮੰਡੀ ਲਿਆ ਕੇ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੀ ਫਸਲ ਦਾ ਰੇਟ ਡੇਗਣਾ ਹੈ, ਔਰ ਫਸਲ ਦਾ ਰੇਟ ਦੇ ਕੇ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਕਰਜ਼ਾਈ ਕਰਨਾ ਹੈ, ਔਰ ਕਰਜ਼ੇ ਦੇ ਜਾਲ 'ਚ ਫਸੇ ਕਿਸਾਨ ਨੂੰ ਕਿਸ ਤਰੀਕੇ ਦੇ ਨਾਲ ਜ਼ਮੀਨ ਦੇਣ ਲਈ ਮਜਬੂਰ ਕਰਨਾ ਹੈ। ਇਹਨਾਂ ਕਾਨੂੰਨਾਂ ਦੀ ਇਹ ਚਾਲ ਹੈ ਜਿਹੜੀ ਉਹ ਕਹਿੰਦੇ ਨੇ ਕਿ ਦੱਸਣ ਜੀ ਕਾਨੂੰਨ ਕਿਵੇਂ ਕਾਲੇ ਨੇ। ਅਗਲੀ ਗੱਲ ਆ, ਉਹ ਕਹਿੰਦੇ ਨੇ ਕਾਨੂੰਨ ਦੇ ਵਿੱਚ ਲਿਖਿਆ ਹੈ ਕਿ ਜੇ ਕਿਸਾਨ ਦੀ ਮਰਜ਼ੀ ਹੈ ਤਾਂ ਜਿਵੇਂ ਮਰਜ਼ੀ ਕੰਟਰੈਕਟ ਵੀ ਕਰ ਸਕਦਾ, ਬੈ ਵੀ ਦੇ ਸਕਦਾ, ਗਹਿਣੇ ਵੀ ਦੇ ਸਕਦਾ ਹੈ। ਤਾਂ ਉਹਦੇ ਸੰਬੰਧ ਜਿਹੜੀ ਉਹ ਇੱਕ ਲਾਈਨ ਆ ਨਾ ਜੀ, ਕਿਸਾਨ ਦੀ ਸਹਿਮਤੀ ਵਾਲੀ, ਕਿਸਾਨ ਦੀ ਸਹਿਮਤੀ ਹਾਸਲ ਕਰਨ ਲਈ ਇਹ ਸਾਰੇ ਦਾ ਸਾਰਾ ષੜਯੰਤਰ ਕਿਸਾਨ ਦੀ ਸਹਿਮਤੀ ਹਾਸਲ ਕਰਨ ਵਿੱਚ ਆ ਗਿਆ ਹੈ। ਸੋ ਇਸ ਗੱਲ ਦਾ ਲੋਕਾਂ ਨੂੰ ਅਵੇਅਰਨੈਸ ਕਰਨਾ, 27 ਦੇ ਪ੍ਰੋਗਰਾਮ ਨੂੰ ਸਫਲ ਬਣਾਉਣਾ, ਇਹ ਸਾਡੇ ਮੇਨ ਏਜੰਡੇ ਸੀ। ਔਰ ਨਾਲ ਦੀ ਨਾਲ ਅਸੀਂ ਇੱਥੋਂ ਉਮੀਦ ਕਰਦੇ ਹਾਂ ਕਿ ਸਾਡਾ ਜਿਹੜਾ ਯੂਥ ਹੈ, ਕਿਉਂਕਿ ਜਿਹੜੀ ਇਹ ਲੜਾਈ ਹੈ ਨਾ, ਇਹ ਕਾਨੂੰਨ ਗੈਟ 'ਚੋਂ ਨਿਕਲ ਕੇ ਆਏ ਨੇ, ਔਰ ਆਉਣ ਵਾਲੀ ਲੜਾਈ ਹੈ ਜਿਹੜੀ ਅੱਜ ਕਾਨੂੰਨ ਰੱਦ ਵੀ ਜੇ ਹੋ ਜਾਂਦੇ ਹੈ ਤਾਂ ਗੈਟ ਦਾ ਜਿਹੜਾ ਲੋਕਾਂ ਦੇ ਸਿਰ 'ਤੇ ਤਲਵਾਰ ਲਟਕਦੀ ਹੈ, ਇਹ ਜਿਉਂਦੀ ਤੋਂ ਲਟਕਦੀ ਰਹੇਗੀ। ਔਰ ਉਹ ਗੈਟ ਜਿਸ ਤਰੀਕੇ ਦੇ ਨਾਲ ਮਾਰੂ ਪ੍ਰਭਾਵ ਛੱਡ ਰਿਹਾ ਦੇਸ਼ 'ਤੇ, ਉਹ ਐਵੇਂ ਹੀ ਛੱਡਦਾ ਰਹੇਗਾ। ਆਉਣ ਵਾਲੀ ਲੜਾਈ ਹੈ ਜਿਹੜੀ ਗੈਟ ਦੇ ਖਿਲਾਫ ਹੋਣੀ ਹੈ, ਉਹਦੇ ਲਈ ਅਸੀਂ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ, ਜਿਹੜੀ ਸਾਡੀ ਨਵੀਂ ਜਨਰੇਸ਼ਨ ਹੈ, ਉਹਨੂੰ ਅਸੀਂ ਇਸ ਮੋਰਚੇ ਦੇ ਨਾਲ ਜੋੜ ਕੇ ਔਰ ਇਹਦੇ ਤੋਂ ਟ੍ਰੇਨਿੰਗ ਦੇ ਕੇ ਇੱਕ ਤਰ੍ਹਾਂ ਦਾ ਵਧੀਆ ਲੜਾਕੂ ਔਰ ਅੰਦੋਲਨਕਾਰੀ ਪੈਦਾ ਕਰਨ ਦੀ ਸਾਡੀ ਇੱਕ ਕੋਸ਼ਿਸ਼ ਹੈ, ਉਹ ਅਸੀਂ ਕਰਨ ਲਈ ਸਾਰਾ ਇਹ ਕਰ ਰਹੇ ਹਾਂ। बहुत लंबा टाइम हो गया और काफ़ी बड़ा आंदोलन है, पूरा फैल रहा है, लेकिन सरकार फिर भी नहीं मान रही। वजह देखो, मेन गल मैं ਤੁਹਾਨੂੰ ਪਹਿਲਾਂ ਹੀ ਇਹ ਦੱਸੀ ਹੈ कि ਇਹਦੇ ਮਗਰਲੇ ਪਾਸੇ ਇਕੱਲੇ ਅਡਾਨੀ ਤੇ ਅਬਾਨੀ ਨਹੀਂ ਹੈ। ਇਹਦੇ ਮਗਰਲੇ ਪਾਸੇ ਗੈਟ ਆ, ਗੈਟ ਦੇ ਮਗਰਲੇ ਪਾਸੇ ਅਮਰੀਕਾ ਖੜਾ ਹੈ, ਵਰਲਡ ਬੈਂਕ ਖੜੀ ਹੈ, WTO ਖੜਾ ਹੈ। ਇੰਨਾ ਅਮਲਾ ਫੈਲਾ ਇਹਨਾਂ ਕਾਨੂੰਨਾਂ ਦੇ ਮਗਰ ਖੜਾ ਹੈ ਔਰ ਉਹਦੇ ਖਿਲਾਫ ਲੜਾਈ ਹੈ। ਦੂਸਰੀ ਗੱਲ ਆ ਕਿ ਇਸ ਵੇਲੇ ਅਡਾਨੀਆਂ ਤੇ ਅਬਾਨੀਆਂ ਨਾਲ ਕੀਤੀ ਹੋਈ ਕਮਿਟਮੈਂਟ ਮੋਦੀ ਜੀ ਦੀ, ਉਹਦੇ ਤੋਂ ਪਿੱਛੇ ਹਟਣਾ ਉਹਦੇ ਲਈ ਬਹੁਤ ਔਖਾ ਹੈ, ਔਰ ਆਪਦੀ ਜ਼ਮੀਨ ਛੱਡਣਾ ਸਾਡੇ ਲਈ ਅਤੀ ਔਖਾ ਹੈ। ਇਸ ਕਰਕੇ ਕਿਸਾਨ ਮੋਰਚਾ ਤੇ ਛੱਡਣਗੇ ਨਹੀਂ, ਲੇਕਿਨ ਜਿਹੜੀ BJP ਦੀ ਸੋਚ ਹੈ ਕਿ ਕਿਸਾਨ ਸ਼ਾਇਦ ਖਿੱਲਰ ਜਾਣ, ਇੰਨੀਆਂ ਜਥੇਬੰਦੀਆਂ ਸ਼ਾਇਦ ਖਿਲਾਰਾ ਪੈ ਜੇ, ਉਹ ਨਹੀਂ ਹੋ ਰਿਹਾ। ਮੋਦੀ ਜੀ ਨੂੰ ਅਸੀਂ ਇੱਥੋਂ ਤੱਕ ਲੈ ਗਏ ਹਾਂ ਥੱਲੇ ਇਹਦਾ ਗ੍ਰਾਫ, ਕਿ ਜਿਹੜੀ ਇਹਦੀ ਲੋਕਪ੍ਰਿਯਤਾ, ਲੋਕਾਂ ਦੇ ਪਾਪੂਲੈਰਿਟੀ 66% 'ਤੇ ਖੜੀ ਸੀ, ਉਹ ਅੱਜ 22-23% 'ਤੇ ਲੈ ਆਂਦੀ ਹੈ, ਔਰ ਇਸ ਅੰਦੋਲਨ ਕਰਕੇ ਆਈ ਹੈ। ਔਰ ਇਸੇ ਹੀ ਘਰ ਦੀ ਪਾਪੂਲੈਰਿਟੀ 'ਚੋਂ BJP ਦੇ ਅੰਦਰ ਤੇ RSS ਦੇ ਅੰਦਰ ਖਲਲ ਪੈਦਾ ਹੋਣਾ, ਔਰ ਉਸੇ ਖਲਲ ਦੇ ਵਿੱਚੋਂ ਕਿਸਾਨਾਂ ਦੇ ਮੋਰਚੇ ਦੀ ਜਿੱਤ ਦਾ ਐਲਾਨ ਹੋਣਾ। ਇਹ ਕੋਈ ਇਹੋ ਜਿਹੀ ਗੱਲ ਨਹੀਂ ਹੈ, ਟਸ ਤੋਂ ਮਸ ਵਾਲੀ ਕੋਈ ਗੱਲ ਨਹੀਂ। ਅੰਦਰੋਂ ਸਰਕਾਰ ਡਰੀ ਹੋਈ ਹੈ, ਬਾਹਰੀ ਰੂਪ ਦੇ ਵਿੱਚ ਉਹ ਇੱਕ ਤਰ੍ਹਾਂ ਦਾ ਸ਼ੋਅ ਕਰਨਾ ਚਾਹੁੰਦੀ ਹੈ ਕਿ ਅਸੀਂ ਹਮਲਾਵਰ ਰੁਖ ਲੋਕਾਂ ਦੇ ਪ੍ਰਤੀ ਮਤਲਬ ਪੇਸ਼ ਕਰਨਾ ਚਾਹੁੰਦੀ ਹੈ, ਆਪਦਾ ਅੰਦਰੋਂ ਡਰੀ ਹੋਈ ਹੈ। ਸਰਕਾਰ ਨਾਲ ਵਾਰਤਾ ਕਦੋਂ ਹੋ ਸਕਦੀ ਹੈ, ਕਿਵੇਂ ਸੰਭਵ ਹੈ? ਜਾਂ ਦੇਖੋ, ਇਹ ਤੇ ਗੱਲਾਂ ਸਰਕਾਰ 'ਤੇ ਡਿਪੈਂਡ ਕਰਦੀਆਂ ਹੁੰਦੀਆਂ। ਵਾਰਤਾ ਸਰਕਾਰ ਨੇ ਕਰਨੀ ਹੈ, ਅਸੀਂ ਨਾ ਵਾਰਤਾ ਤੋਂ ਕਦੇ ਭੱਜੇ ਹਾਂ ਅਤੇ ਨਾ ਵਾਰਤਾ ਤੋਂ ਅੱਗੇ ਭੱਜਣਾ ਹੈ। ਔਰ ਇਹ ਗੱਲ ਆ ਕਿ ਸਰਕਾਰ ਪਿੱਛੇ ਇਹ ਗੱਲਾਂ ਕਰਦੀ ਰਹੀ ਕਿ ਕਿਸਾਨ ਕਾਨੂੰਨਾਂ ਦੀ ਗੱਲ ਨਾ ਕਰਨ ਅਤੇ ਗੱਲਬਾਤ ਲਈ ਤਿਆਰ ਹੈ। ਅਸੀਂ ਇੱਥੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਆਏ ਹਾਂ, ਹੋਰ ਤਾਂ ਸਾਡਾ ਕੋਈ ਪਰਪਸ ਨਹੀਂ। ਕਾਨੂੰਨਾਂ ਦੀ ਗੱਲ ਨੂੰ ਛੱਡ ਕੇ
ਸਰਕਾਰ ਨਾਲ ਗੱਲ ਕਰਨ ਦੀ ਕੋਈ ਤੁਕ ਨਹੀਂ ਬਣਦੀ। ਅਗਰ ਸਰਕਾਰ ਕਾਨੂੰਨਾਂ ਪ੍ਰਤੀ ਸੰਜੀਦਗੀ ਨਾਲ ਕਾਨੂੰਨਾਂ ਨੂੰ ਰੱਦ ਕਰਨ ਦੇ ਕੋਈ ਸੋਚਦੀ ਹੈ ਤੇ 100% ਅਸੀਂ ਗੱਲ ਕਰਨ ਲਈ ਤਿਆਰ ਹਾਂ, ਕੋਈ ਦਿੱਕਤ ਨਹੀਂ। ਕੀ ਕਾਰਨ ਰਿਹਾ ਹੈ ਕਿ ਰਾਜਸਥਾਨ ਦੇ 2-3 ਜ਼ਿਲ੍ਹਿਆਂ 'ਚ ਇਹ ਅੰਦੋਲਨ ਫੈਲਿਆ? ਆਪਣੇ ਰਾਜਸਥਾਨ ਦੀ ਗੱਲ ਕਰੀਏ ਤਾਂ ਬਾਕੀ ਜ਼ਿਲ੍ਹਿਆਂ 'ਚ ਕੀ ਪ੍ਰਭਾਵ ਨਹੀਂ ਹੈ? ਕੀ ਮੰਨਦੇ ਆ ਤੁਸੀਂ ਇਹ? ਦੇਖੋ, ਮੈਂ ਤਾਂ ਇਹ ਸਮਝਦਾ ਹਾਂ ਕਿ ਰਾਜਸਥਾਨ ਦੇ ਵਿੱਚ ਜਿਹੜੀ ਮੇਰੀ ਸਮਝ ਹੈ, ਹੋ ਸਕਦਾ ਨਾ ਹੋਵੇ, ਮੈਨੂੰ ਇਹ ਲੱਗਦਾ ਕਿ ਸਭ ਤੋਂ ਪਹਿਲਾਂ ਅੰਦੋਲਨ ਪੰਜਾਬ 'ਚ ਉੱਠਿਆ ਹੈ। ਉਹਦਾ ਫਰਕ ਹੈ, ਉਹਦੀ ਇੱਕੋ ਹੀ ਗੱਲ ਹੈ ਕਿ ਪੰਜਾਬ ਦੇ ਵਿੱਚ ਲੋਕਾਂ ਦਾ ਜਥੇਬੰਦਕ ਹੋਣ ਦਾ ਕਲਚਰ ਪੁਰਾਣਾ ਹੈ। ਇੱਧਰ ਰਾਜਸਥਾਨ ਦੇ ਵਿੱਚ ਲੋਕ ਪੋਲੀਟੀਕਲ ਲੋਕਾਂ ਦੇ ਢਹਿ ਚੜੇ ਨੇ, ਇੱਥੇ ਜਥੇਬੰਦਕ ਕਲਚਰ ਨਹੀਂਗਾ। ਔਰ ਉਹ ਜਥੇਬੰਦੀਆਂ ਹੀ ਹੁੰਦੀਆਂ ਹੈ ਜਿਹੜੀਆਂ ਲੋਕਾਂ ਨੂੰ ਇਹਨਾਂ ਗੱਲਾਂ ਦੇ ਅਜਿਹੇ ਕਾਨੂੰਨਾਂ ਦੇ ਖਿਲਾਫ ਅਵੇਅਰ ਸਮੇਂ-ਸਮੇਂ 'ਤੇ ਅਵੇਅਰ ਕਰਦੀਆਂ ਰਹਿੰਦੀਆਂ, ਔਰ ਜਥੇਬੰਦੀਆਂ ਲੋਕਾਂ ਨੂੰ ਲੜਾਉਂਦੀਆਂ। ਜਿਹੜੇ ਅੱਜ ਅਸੀਂ ਗੈਟ ਦੀਆਂ ਗੱਲਾਂ ਕਰਦੇ ਹਾਂ, ਜਿਹੜੇ ਅੱਜ ਮੈਂ ਉੱਥੇ ਬੋਲ ਕੇ ਆਇਆ, ਇਹ ਮੈਂ ਆਪਦੇ ਪੰਜਾਬ ਦੇ ਵਿੱਚ ਪਿਛਲੇ 15 ਸਾਲ ਤੋਂ ਬੋਲ ਰਿਹਾ। ਔਰ ਜੇ ਮੈਂ 15 ਸਾਲ ਤੋਂ ਬੋਲ ਰਿਹਾ ਤਾਂ ਪੰਜਾਬ ਅੰਦੋਲਨਕਾਰੀ ਹੋ ਕੇ ਸਭ ਤੋਂ ਪਹਿਲੇ ਨੰਬਰ 'ਤੇ ਮੂਹਰੇ ਆਇਆ। ਔਰ ਅੱਜ ਇੱਥੇ ਅਸੀਂ ਉਹ ਗੱਲ ਰੱਖ ਰਹੇ ਹਾਂ, ਲੋਕਾਂ ਦਾ ਕੋਈ ਕਸੂਰ ਨਹੀਂ, ਲੋਕਾਂ ਦਾ ਕੋਈ ਦੋਸ਼ ਨਹੀਂ। ਲੋਕਾਂ ਦੇ ਵਿੱਚ ਹਕੀਕਤ ਗੱਲ ਗਈ ਨਹੀਂ, ਲੋਕਾਂ ਨੂੰ ਪਤਾ ਹੀ ਨਹੀਂ ਕਿ ਕਾਨੂੰਨ ਸਾਡੇ ਲਈ ਕਿਵੇਂ ਮਾਰੂਗਾ। ਔਰ ਉਹ ਅਸੀਂ ਲੋਕਾਂ ਨੂੰ ਮਤਲਬ ਅਵੇਅਰ ਕਰ ਰਹੇ ਹਾਂ, ਦੱਸਾਂਗੇ। ਥੋੜ੍ਹੇ ਦਿਨਾਂ ਦੇਖੋਗੇ ਪੂਰੇ ਦਾ ਪੂਰਾ ਰਾਜਸਥਾਨ ਵੀ ਉਸੇ ਤਰ੍ਹਾਂ ਪੰਜਾਬ ਤੇ ਹਰਿਆਣੇ ਦੀ ਤਰ੍ਹਾਂ ਐਕਟਿਵ ਨਜ਼ਰ ਆਏ। ਸਾਡੇ ਨਾਲ ਬੈਠੇ ਜਿਹੜੇ ਕਿਸਾਨ ਨੇਤਾ, ਇਹਨਾਂ ਦੇ ਇੱਕ ਤਰ੍ਹਾਂ ਦੇ DSP ਮੰਨੇ ਜਾਂਦੇ ਆ, ਕਿਉਂਕਿ ਸੁਰੱਖਿਆ ਇਹਨਾਂ ਦੇ ਸਿਰ ਤੇ ਹੈ ਦਿੱਲੀ ਦੇ ਬਾਰਡਰਾਂ ਤੇ। ਉੱਥੇ ਕਈ ਵਾਰੀ ਤੁਸੀਂ ਬੰਦੇ ਜੇ ਫੜਿਆ ਹੋਣ, ਉੱਥੇ ਦੇ ਕੀ ਹਾਲਾਤ ਹੈ? ਕੋਈ ਘਟੀ ਹੈ ਜਾਂ ਵੈਸੇ ਤਰ੍ਹਾਂ ਚੱਲ ਰਿਹਾ ਹੈ? ਦੇਖੋ ਜੀ, ਜਿਹੜੀ ਸਰਕਾਰ ਦੀਆਂ ਜਿਹੜੀਆਂ ਬਦਨੀਤੀਆਂ ਨੇ, ਸਰਕਾਰ ਜਿਸ ਤਰ੍ਹਾਂ ਇਸ ਅੰਦੋਲਨ ਨੂੰ ਤਾਰ ਪੀੜੋ ਕਰਨਾ ਚਾਹੁੰਦੀ ਹੈ, ਉਹ ਸਮੇਂ-ਸਮੇਂ ਕਰਦੀ ਆ ਰਹੀ ਹੈ। ਅੱਜ ਦੀ ਮਿਸਾਲ ਤੁਹਾਡੇ ਸਾਹਮਣੇ ਹੈ। ਜਿਸ ਤਰ੍ਹਾਂ ਕਿ 17 ਤਰੀਕ ਨੂੰ ਸੁਖਬੀਰ ਸਿੰਘ ਬਾਦਲ ਗਿਆ ਹੈ ਅਤੇ ਉਹ ਉੱਥੇ ਲੋਕਾਂ ਦੀ ਜਿਸ ਤਰ੍ਹਾਂ ਨਬਜ਼ 'ਤੇ ਹੱਥ ਰੱਖ ਕੇ ਵੇਖੀਦਾ ਹੈ, ਅਤੇ ਉਹ ਉਸ ਤਰ੍ਹਾਂ ਉੱਥੇ ਗਿਆ ਅਤੇ ਲੋਕਾਂ ਨੇ ਜੇ ਕੋਈ ਉੱਥੇ ਵਿਰੋਧ ਕੀਤਾ ਹੈ। ਔਰ ਮੈਂ ਤੁਹਾਡੇ ਰਾਹੀਂ ਇੱਕ ਗੱਲ ਹੋਰ ਇਹ ਦੱਸਣੀ ਚਾਹੁੰਦਾ ਹੈ ਕਿ ਜਿਹੜਾ ਕੰਮ ਅੱਜ ਤੱਕ ਕੇਂਦਰ ਸਰਕਾਰ ਜਾਂ ਖੱਟੜ ਸਰਕਾਰ ਨਹੀਂ ਕਰ ਸਕੀ, ਸਾਡੇ ਮੋਰਚੇ ਦਾ ਕੋਈ ਨੁਕਸਾਨ ਨਹੀਂ ਕਰ ਸਕੀ, ਉਹ ਨੁਕਸਾਨ ਕਰਨ ਵਾਸਤੇ ਸੁਖਬੀਰ ਬਾਦਲ ਨੇ ਇੱਕ ષਡਯੰਤਰ ਰਚਿਆ ਅਤੇ ਉਹ ષਡਯੰਤਰ ਰਚ ਕੇ ਉਹਦੇ ਵਿੱਚ ਉੱਥੇ ਗਿਆ, ਜਿਹਦੇ ਬਾਰੇ ਮੈਂ ਪਹਿਲਾਂ ਕਹਿ ਚੁੱਕਾ ਕਿ ਉਹ ਜਿਹੜਾ ਜਿਸ ਤਰ੍ਹਾਂ ਕਿ ਉੱਥੇ ਜਿਹੜੀਆਂ ਇਹਨਾਂ ਦੀਆਂ ਬੱਸਾਂ ਗਈਆਂ, ਦਿੱਲੀ ਨੂੰ ਗਏ ਨੇ, ਬੱਸਾਂ ਗਈਆਂ ਨੇ, ਅਤੇ ਅੱਜ ਤੱਕ 26 ਨਵੰਬਰ ਤੋਂ ਬਾਅਦ ਕੋਈ ਉੱਥੋਂ ਦੀ ਬੱਸ ਨਹੀਂ ਗਈ। ਇਹ ਜਾਣਬੁੱਝ ਕੇ ਉੱਥੋਂ ਦੀ ਬੱਸਾਂ ਲੈ ਗਏ ਨੇ। ਔਰ ਕੁਝ ਜਿਹੜੇ ਸਾਡੇ ਨੌਜਵਾਨ ਸਾਡੇ ਜਥੇਬੰਦੀਆਂ ਦੇ ਨਾਲ ਚੱਲ ਰਹੇ ਨੇ, ਰਾਤ ਨੂੰ ਡਿਊਟੀ ਦਿੰਦੇ, ਉਹਨਾਂ ਕੋਲ ਮਾੜਾ ਮੋਟਾ ਉਹਨਾਂ ਦੇ ਨਾਲ ਉਹਨਾਂ ਨੂੰ ਸ਼ਰਮਸਾਰ ਕੀਤਾ ਵੀ ਇੱਥੇ ਤਾਂ 600 ਤੋਂ ਵੱਧ ਕਿਸਾਨ ਸ਼ਹੀਦ ਹੋ ਗਿਆ, ਤੁਸੀਂ ਝੰਡੀਆਂ ਲਾ ਕੇ ਆਪਣੀ ਚੋਣ ਨਿਸ਼ਾਨ, ਪਾਰਟੀ ਦੇ ਚੋਣ ਨਿਸ਼ਾਨ ਲਾ ਕੇ, ਬੰਦਿਆਂ ਦੀ ਫੋਟੋ ਲਾ ਕੇ ਤੁਸੀਂ ਜਾ ਰਹੇ ਹੋ, ਠੀਕ ਨਹੀਂ ਤੁਹਾਡੇ ਵਾਸਤੇ। ਉਹ ਸ਼ਰਮਸਾਰ ਵੀ ਹੋਇਆ, ਉਹਨਾਂ ਨੇ ਆਪਣੇ ਮੂੰਹ ਵੀ ਢੱਕੇ ਆ। ਕੁਝ ਨੌਜਵਾਨ ਸਾਡੇ ਉਹ ਨੇ ਜਿਹੜੇ ਕਿ ਅੰਦੋਲਨ ਦੇ ਨਾਲ ਚੱਲੇ ਹੋਏ ਨੇ, ਉਹ ਕਿਸੇ ਜਥੇਬੰਦੀਆਂ ਨੇ, ਉਹਨਾਂ ਨੇ ਵੀ ਮਾੜਾ ਮੋਟਾ ਉਹਨਾਂ ਨੂੰ ਕਿਹਾ। ਪਰ ਕੁਝ ਬੰਦੇ ਉਹ ਨੇ ਜਿਹੜੇ ਸੁਖਬੀਰ ਬਾਦਲ ਨੇ ਖੁਦ ਉੱਥੇ ਪੁਆਇੰਟ ਕੀਤੇ ਨੇ, ਜਿਨ੍ਹਾਂ ਦੇ ਨਾਲ ਉੱਥੇ ਉਹਨਾਂ ਦੇ ਜਿਹੜੇ ਅਕਾਲੀ ਵਰਕਰ ਸੀ, ਜਿਹੜੇ ਉਹ ਗਏ ਸਨ ਕਿਸਾਨ, ਉਹਨਾਂ ਦੇ ਨਾਲ ਕੋਈ ਮਾੜੀ ਮੋਟੀ ਕੋਈ ਜ਼ਿਆਦਾ ਜ਼ਿਆਦਤੀ ਹੋਈ ਹੈ, ਉਹ ਉਹਨਾਂ ਦੇ ਬੰਦਿਆਂ ਨੇ ਕੀਤੀ ਆ। ਅਤੇ ਕੀਤੀ ਇਸ ਕਰਕੇ ਆ ਕਿ ਇਹ ਜਿਹੜਾ ਅੰਦੋਲਨ ਹੈ, ਇਹਨੂੰ ਕਿਸੇ ਤਰ੍ਹਾਂ ਇਹ ਲੋਕ ਜਿਹੜੇ ਨੇ ਤੈਸ਼ ਵਿੱਚ ਆਉਣ ਅਤੇ ਗਰਮੋ ਗਰਮੀ ਹੋਵੇ, ਇੱਥੇ ਲੜਾਈ ਝਗੜਾ ਹੋਵੇ। ਜਿਹੜਾ ਕੰਮ ਕੇਂਦਰ ਜਾਂ ਖੱਟੜ ਨਹੀਂ ਕਰ ਸਕਿਆ, ਉਹ ਸੁਖਬੀਰ ਆਪਣੇ ਸਿਰਾਂ ਲੈ ਕੇ ਕਰਾਉਣਾ ਚਾਹੁੰਦਾ ਸੀ ਵੀ ਇਹ ਕਿਸਾਨਾਂ ਨੇ ਆ ਕੀਤਾ, ਤਾਂ ਹੀ ਉਹ ਤਰ੍ਹਾਂ ਤਰ੍ਹਾਂ ਬੋਲ ਰਿਹਾ। ਸੋ ਸਮਰਥਨ ਦੀ ਗੱਲ ਕਹਿ ਰਹੇ ਨਾਲੇ, ਹਾਂਜੀ, ਸਮਰਥਨ ਦੀ ਗੱਲ ਵੀ ਕਹਿ ਰਹੇ ਮੋਰਚੇ ਨੂੰ। ਕੌਣ ਸਮਰਥਨ ਕਿੱਥੇ ਹੈ? ਉਹ ਤਾਂ ਪਾਰਟੀ ਦਾ ਆਪਣੀ ਦਾ ਪ੍ਰਚਾਰ ਕਰਨ ਗਿਆ ਸੀ। ਇਹ ਮੈਂ ਥੋੜ੍ਹੀ ਜਿਹੀ ਗੱਲ ਫਿਰ ਉਹ ਲੰਬੀ ਹੋ ਜਾਂਦੀ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਜਿੱਦਣ 10 ਤਰੀਕ ਨੂੰ ਅਸੀਂ ਚੰਡੀਗੜ੍ਹ ਦੇ ਵਿੱਚ ਬੈਠ ਕੇ ਅਤੇ ਉਹਨਾਂ ਨਾਲ ਗੱਲਬਾਤ ਹੋਈ, ਉਸ ਦਿਨ ਉੱਥੇ ਜਦੋਂ ਅਸੀਂ ਉਹਨਾਂ ਨੂੰ ਅੰਦਰ ਬੁਲਾਇਆ ਵਾਰੀ-ਵਾਰੀ, ਅਤੇ ਅਸੀਂ ਉਹਨਾਂ ਨੂੰ ਅਪੀਲ ਕੀਤੀ ਕਿ ਇਹ ਜਿਹੜਾ ਅੰਦੋਲਨ ਹੈ ਇਹ ਪੰਜਾਬ ਤੋਂ ਸ਼ੁਰੂ ਹੋਇਆ, ਪੰਜਾਬ ਇਸ ਅੰਦੋਲਨ ਦਾ ਧੁਰਾ ਹੈ, ਅਤੇ ਜਿਹੜੀਆਂ ਤੁਸੀਂ ਹੁਣ ਰਾਜਨੀਤਿਕ ਰੈਲੀਆਂ ਸ਼ੁਰੂ ਕਰ ਦਿੱਤੀਆਂ ਕਰ ਰਹੀਆਂ, ਇਹਨਾਂ ਦੇ ਨਾਲ ਭਰਾਵਾਂ ਨੂੰ ਜੰਗ ਸ਼ੁਰੂ ਹੋ ਗਈ ਆ। ਜਿਸ ਤਰ੍ਹਾਂ ਮੋਗੇ ਦੀ ਅਸੀਂ ਉਹਨਾਂ ਨੂੰ ਮਿਸਾਲ ਦਿੱਤੀ, ਅਤੇ ਤੁਸੀਂ ਕਿਰਪਾ ਕਰੋ ਜਦੋਂ ਇਲੈਕਸ਼ਨ ਡਿਕਲੇਅਰ ਹੋਏਗੀ ਉਦੋਂ ਕਰ ਲਿਓ, ਉਹਨਾਂ ਚਿਰ ਨਾ ਕਰੋ। ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਫਿਰ ਸਾਨੂੰ ਕੋਈ ਕੰਮ ਦਿਓ, ਅਸੀਂ ਉੱਥੇ ਆ ਜਾਂਦੇ ਹਾਂ, ਅੰਦੋਲਨ ਦੇ ਵਿੱਚ ਆ ਜਾਂਦੇ ਹਾਂ ਬੰਦੇ ਲੈ ਕੇ। ਅਸੀਂ ਕਿਹਾ ਵੀ ਨਹੀਂ, ਇਹ ਗੱਲ ਨਹੀਂ ਹੋਏਗੀ, ਤੁਸੀਂ ਉੱਥੇ ਨਹੀਂ ਆ ਸਕਦੇ। ਜਿਸ ਤਰ੍ਹਾਂ ਅਸੀਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ, ਤੁਸੀਂ ਵੀ ਇਸ ਤਰ੍ਹਾਂ ਰਾਜਨੀਤਿਕ ਲੋਕ ਸਾਰੇ ਇਕੱਠੇ ਹੋਵੋ, ਤੁਹਾਡੇ MLA ਨੇ, ਤੁਹਾਡੇ MP ਨੇ, ਤੁਹਾਡੇ ਰਾਜ ਸਭਾ ਦੇ ਮੈਂਬਰ ਨੇ, ਤੁਸੀਂ ਆਪਣੇ ਬੰਦਿਆਂ ਨੂੰ ਨਾਲ ਲਓ, ਹੋਰ ਬੰਦੇ ਨਾਲ ਲਓ, PM ਹਾਊਸ ਜਾਓ, ਤੁਸੀਂ ਪਾਰਲੀਮੈਂਟ ਹਾਊਸ ਜਾਓ, ਤੁਸੀਂ ਉਹਦੇ 'ਤੇ ਜਾ ਕੇ ਜਿਹੜਾ ਪ੍ਰੋਟੈਸਟ ਕਰੋ, ਅਤੇ ਸਰਕਾਰ 'ਤੇ ਦਬਾਅ ਪਵੇ ਤਾਂ ਸਾਡੇ ਨਾਲ ਗੱਲ ਕਰੇ ਤਾਂ ਅਸੀਂ ਨਾ ਕੇ ਆਈਏ, ਅਤੇ ਤੁਸੀਂ ਇਸ ਤਰ੍ਹਾਂ ਜਾ ਸਕਦੇ ਜੀ। ਉਹ ਇਹ ਕਹਿੰਦੇ ਨੇ ਵੀ ਤੁਸੀਂ ਸੱਦਿਆ, ਅਸੀਂ ਇਸ ਤਰ੍ਹਾਂ ਨਹੀਂ ਸੱਦਿਆ। ਅਸੀਂ ਕਿਹਾ ਉੱਧਰ ਨੂੰ ਜਾਓ,
ਅਸੀਂ ਉਹਨਾਂ ਨੂੰ ਇਹ ਥੋੜ੍ਹਾ ਕਿਹਾ ਸੀ ਕਿ ਤੁਸੀਂ ਬੱਸਾਂ ਭਰ ਕੇ ਜਿੱਥੋਂ ਦੀ ਅੱਜ ਤੱਕ ਕੋਈ ਬੱਸ ਨਹੀਂ ਗਈ ਤੇ ਇੱਧਰੋਂ ਦੀ ਜਾਓ। ਸੋ ਇਸ ਕਰਕੇ ਇਹ ਜਿਹੜਾ ਵੀ ਕੰਮ ਜਿਹੜਾ ਉਹਨਾਂ ਨੇ ਕੀਤਾ ਹੈ, ਉਹਨਾਂ ਨੇ 17 ਤਰੀਕ ਰੱਖ ਲਈ, ਇੱਕ ਬਹਾਨਾ ਬਣਾ ਲਿਆ ਕਿ 17 ਸਤੰਬਰ ਨੂੰ ਜਿਹੜੇ ਸੀ ਕਾਲੇ ਕਾਨੂੰਨ ਆਏ ਸੀ ਤੇ ਅਸੀਂ ਕਾਲਾ ਦਿਵਸ ਮਨਾਉਣ ਗਏ। ਕਾਲਾ ਦਿਵਸ ਜੇ ਮਨਾਉਣ ਜਾਣਾ ਸੀ ਤੇ ਇਸੇ ਰਸਤੇ ਜਾਣਾ ਸੀ ਜਦੋਂ ਉਹਨਾਂ ਦੀ ਸਾਰੀ ਦੁਨੀਆ ਜਾਂਦੀ ਉੱਧਰ ਦੀ ਜਾਓ। ਫਿਰ ਤੁਸੀਂ ਬੈਨਰ ਆਪਣੀ ਪਾਰਟੀ ਦੇ ਲਾਏ ਨੇ, ਉਹ ਚੋਣ ਨਿਸ਼ਾਨ ਲੱਗਿਆ ਹੋਇਆ, ਇਹ ਸਾਨੂੰ ਸਮਰਥਨ ਨਹੀਂ ਦਿੱਤਾ। ਉਹ ਜ਼ਖਮਾਂ 'ਤੇ ਲੂਣ ਪਾਉਣ ਗਏ ਆ ਅਤੇ ਸਰਕਾਰ ਦੀ ਜਿਹੜੀ ਕੇਂਦਰ ਸਰਕਾਰ ਦੀ ਤੇ ਖੱਟੜ ਸਰਕਾਰ ਦੀ ਅਜੇ ਤੱਕ ਪਾਲਿਸੀ ਕਾਮਯਾਬ ਨਹੀਂ ਹੋਈ। ਉਹਨੂੰ ਕਾਮਯਾਬ ਕਰਨ ਵਾਸਤੇ ਉੱਥੇ ਉਹ ਖੱਲਰ ਪਾਉਣ ਵਾਸਤੇ ਸਾਡੇ ਮੋਰਚੇ 'ਚ ਗਏ ਨੇ, ਨਾ ਕਿ ਸਾਨੂੰ ਸਮਰਥਨ। ਡੱਲੇਵਾਲ ਜੀ, ਉਹਨਾਂ ਨੇ ਚੰਡੀਗੜ੍ਹ ਮੀਟਿੰਗ 'ਚ ਇਹ ਕਿਹਾ ਸੀ, ਕਾਂਗਰਸ ਔਰ ਅਕਾਲੀ ਦਲ ਨੇ ਕਿਹਾ ਸੀ ਆਪਣੀ ਪਾਰਟੀ ਦੇ ਵਰਕਰਾਂ ਨਾਲ ਸਲਾਹ ਕਰਕੇ ਤੈਨੂੰ ਦੱਸਾਂਗੇ ਵੀ ਕੀ ਕਰਨਾ ਹੈ। ਉਹਦੇ ਕੋਈ ਸਲਾਹ ਦਾ ਅੱਗੇ ਕੋਈ ਗੱਲ ਵੱਡੀ ਕਿ ਨਹੀਂ ਵੱਡੀ? ਮੈਂ ਇਹੀ ਸਭ ਤੋਂ ਵੱਡੀ ਗੱਲ ਆ, ਮੈਂ ਇਹ ਕਹਿਣੀ ਚਾਹੁੰਦਾ ਸੀ ਗੱਲ ਆ ਵੀ ਦੇਖੋ, ਸਾਰੀਆਂ ਪੋਲੀਟੀਕਲ ਪਾਰਟੀਆਂ ਪਹਿਲਾਂ ਤਾਂ ਸਾਨੂੰ ਉਹ ਆਪ ਚਿੱਠੀ ਲਿਖਦੇ ਵੀ ਅਸੀਂ ਤੁਹਾਡੇ ਨਾਲ ਗੱਲ ਕਰਨੀ ਹੈ, ਸਾਡੇ ਨਾਲ ਗੱਲ ਕਰੋ ਜੀ, ਕਿਵੇਂ ਇਹਦਾ ਕੀ ਹੱਲ ਕਰੀਏ। ਅਸੀਂ ਉਹਨਾਂ ਨੂੰ ਡੇਟ ਦੇ ਦਿੱਤੀ ਵੀ ਇਸ ਤਰੀਕ ਨੂੰ ਆਪਾਂ ਬਹਿੰਦੇ ਹਾਂ। ਤਾਂ ਫਿਰ ਉੱਥੇ ਜਦੋਂ ਅਸੀਂ ਦੱਸਤਾ ਉਹਨਾਂ ਨੂੰ ਕਿ ਭਾਈ ਸਾਡੀ ਆਹ ਵਿਚਾਰ ਹੈ ਕਿ ਤੁਸੀਂ ਕੋਈ ਅਜਿਹੀ ਹਜੇ ਜਿੰਨਾ ਚਿਰ ਮੋਰਚਾ ਚੱਲਦਾ ਕੋਈ ਅਜਿਹੀ ਗਤੀਵਿਧੀ ਨਾ ਕਰੋ, ਤਾਂ ਫਿਰ ਉਹ ਦੱਸ ਦਿੰਦੇ ਨਹੀਂ। ਉਹ ਕੀ ਕਹਿੰਦੇ ਨੇ, ਅਸੀਂ ਸਲਾਹ ਕਰਾਂਗੇ ਜੀ। ਤਾਂ ਜੇ ਸਲਾਹ ਕਰਾਂਗੇ ਵਾਲੀ ਗੱਲ ਮਗਰ ਸੀ ਤਾਂ ਉੱਥੇ ਸਾਡੇ ਨਾਲ ਮੀਟਿੰਗ ਕਰਦੀ ਕੀ ਤੁਕ ਬਣਦੀ ਸੀ? ਯਾਨੀ ਉਹਨਾਂ ਨੂੰ ਤਾਂ ਉਹਦਾ ਕੋਸ਼ਿਸ਼ ਕਰ ਰਹੇ ਸੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਥੇ ਪਲੇਟਫਾਰਮ ਹਾਂ ਵੀ ਅਸੀਂ ਇਹਨਾਂ ਤੋਂ ਛੁੱਟੀ ਲੈ ਲਈਏ, ਇਹ ਕੋਈ ਨਾ ਕੋਈ ਗੱਲ ਇਹਨਾਂ ਦੇ ਮੂੰਹ ਇਹ ਕਹਾਈਏ ਜਿਹਦੇ ਨਾਲ ਇਹ ਕਹਿਣ ਵੀ ਤੁਸੀਂ ਇੰਨਾ ਕੁ ਕਰ ਲਓ। ਤਾਂ ਉਹ ਸਾਨੂੰ ਪਤਾ ਹੈ ਕਿ ਸਾਡਾ ਪੰਜਾਬ ਦੇ ਵਿੱਚ ਇਹਨਾਂ ਪੋਲੀਟੀਕਲ ਪਾਰਟੀਆਂ ਦੇ ਖਿਲਾਫ ਲੋਕਾਂ ਦੇ ਮਨ ਦੇ ਵਿੱਚ ਬਹੁਤ ਗੁੱਸਾ ਹੈ, ਬਹੁਤ ਰੋਸ ਹੈ। ਲੋਕ ਤਾਂ ਜੇ ਅਸੀਂ ਕੋਈ ਮਾੜੀ ਜਿਹੀ ਢਿੱਲੀ ਗੱਲ ਕਹਿ ਦਿੰਦੇ ਹਾਂ ਨਾ, ਮੰਨ ਲਓ ਅਸੀਂ ਹਾਲਾਤਾਂ ਨੂੰ ਕੰਟਰੋਲ ਕਰਨ ਬਾਰੇ ਕਹਿ ਦਈਏ ਕਿ ਨਾ ਹੁਣ ਤੁਸੀਂ ਇੰਨਾ ਕਾਹੇ ਨਾ ਕਰੋ, ਲੋਕ ਤਾਂ ਸਾਡੇ ਨਾਲ ਲੜਨ ਲੱਗ ਪੈਂਦੇ ਆ ਵੀ ਤੁਸੀਂ ਇਹਨਾਂ ਨੂੰ ਢਿੱਲ ਕਿਉਂ ਦਿੰਦੇ ਹੋ। ਤਾਂ ਸੋ ਮੇਰਾ ਮਤਲਬ ਹੈ ਲੋਕਾਂ ਦੇ ਮਨ 'ਚ ਗੁੱਸਾ ਹੈ। ਅਸੀਂ ਚਾਹੁੰਦੇ ਕਿ ਕਿਸੇ ਤਰ੍ਹਾਂ ਦੀ ਅਜਿਹੀ ਕਾਰਵਾਈ ਨਾ ਹੋਵੇ ਔਰ ਉਹਨਾਂ ਦਾ ਕੋਈ ਜਵਾਬ ਨਾ ਦੇਣਾ, ਅੱਜ ਤਾਂ ਹੀ ਨਾ ਜਵਾਬ ਦੇਣਾ ਔਰ ਆਪ ਮੁਹਾਰੇ ਗਤੀਵਿਧੀਆਂ ਸ਼ੁਰੂ ਕਰ ਲੈਣੀਆਂ। ਇਹਦਾ ਮਤਲਬ ਜਥੇਬੰਦੀਆਂ ਦੀ ਮੀਟਿੰਗ ਦਾ ਕੋਈ ਅਸਰ ਨਹੀਂ ਉਹਨਾਂ 'ਤੇ, ਉਹ ਆਪਦੀਆਂ ਗਤੀਵਿਧੀਆਂ ਜਾਰੀ ਰੱਖਣੀਆਂ ਚਾਹੁੰਦੇ ਆ। ਪਰ ਪੰਜਾਬ ਦੇ ਮਾਹੌਲ ਨੂੰ ਸੱਚਮੁੱਚ ਜਾਣ ਬੁੱਝ ਕੇ, ਮੈਂ ਇੱਕ ਦਿਨ ਅੱਗੇ ਵੀ ਇੱਕ ਪ੍ਰੈਸ ਦੇ ਸਾਹਮਣੇ ਇਹ ਗੱਲ ਕਹੀ ਹੈ ਤੇ ਮੈਂ ਅੱਜ ਤੁਹਾਡੇ ਸਾਹਮਣੇ ਵੀ ਦੁਹਰਾਉਣਾ ਹੈ ਕਿ ਅਕਾਲੀ ਦਲ ਜਿਸ ਤਰ੍ਹਾਂ BJP RSS ਦੇ ਥਰੂ ਆਪਦੇ ਬੰਦਿਆਂ ਦੇ ਥਰੂ ਮੋਰਚੇ ਨੂੰ ਕਿਸੇ ਤਰੀਕੇ ਦੇ ਨਾਲ ਉਹ ਹਿੰਸਕ ਕਰਨ ਦੀ ਕੋਸ਼ਿਸ਼ ਕਰ ਰਿਹਾ ਨਾ, ਉਸੇ ਹੀ ਪੈਟਰਨ 'ਤੇ ਪੰਜਾਬ ਦੇ ਅੰਦਰ ਅਕਾਲੀ ਦਲ ਚੱਲ ਰਿਹਾ ਹੈ। ਉਹ ਜਾਣਬੁੱਝ ਕੇ ਮੋਰਚੇ ਨੂੰ ਖਰਾਬ ਕਰਨਾ ਚਾਹੁੰਦਾ, ਲੋਕਾਂ ਨੂੰ ਅਗਰੈਸਿਵ ਕਰਦੇ ਨੇ, ਲੋਕਾਂ ਨੂੰ ਦੇ ਪ੍ਰਤੀ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਆ, ਜਿਹਦੇ ਗੁੱਸੇ 'ਚ ਲੋਕ ਹੋਰ ਭੜਕਦੇ ਆ ਔਰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ। ਪੰਜਾਬ ਵਿੱਚ ਕੀ ਰੁਖ ਰਹੂਗਾ ਤੁਹਾਡਾ ਫਿਰ, ਅਗਰ ਕੋਈ ਫੈਸਲਾ ਕਰਨਾ ਪਊਗਾ ਤੁਹਾਨੂੰ, ਕੀ ਰੁਖ ਰਹੂਗਾ ਤੁਹਾਡਾ ਇਸ ਇਸ਼ੂ 'ਤੇ? ਚੁਣਾਵ ਦੇਖੋ, ਗੱਲ ਇਹ ਹੈ, ਸਾਡਾ ਪਹਿਲੀ ਤਾਂ ਗੱਲ ਇਹ ਹੈ ਕਿ ਜਿਹੜੀ ਜਥੇਬੰਦੀ ਨੂੰ ਮੈਂ ਲੀਡ ਕਰਦਾ ਹਾਂ, ਮੇਰੀ ਜਥੇਬੰਦੀ ਦਾ ਬੜਾ ਕਲੀਅਰ ਕੱਟ ਫੈਸਲਾ ਹੈ ਕਿ ਅਸੀਂ ਚੋਣਾਂ 'ਚ ਭਾਗ ਨਹੀਂ ਲੈਣਾ, ਕੁਛ ਵੀ ਹੋ ਜਾਏ। ਅਸੀਂ ਨੌਨ ਪੋਲੀਟੀਕਲ ਹਾਂ, ਨੌਨ ਪੋਲੀਟੀਕਲ ਰਹਾਂਗੇ। ਦੂਸਰੀ ਗੱਲ ਹੈ, ਜਿਹੜਾ ਸੰਯੁਕਤ ਕਿਸਾਨ ਮੋਰਚਾ ਬਣਿਆ ਨਾ ਜੀ, ਇਹ ਵੀ ਮਿਨੀਮਮ ਪ੍ਰੋਗਰਾਮ 'ਤੇ ਬਣਿਆ ਹੈ। ਇਹਦੇ ਵਿੱਚ ਅਸੀਂ ਕਰਜ਼ਾ ਵੀ ਤਾਂ ਜੋੜ ਸਕਦੇ ਸੀ ਨਾ ਵੀ ਕਿਸਾਨਾਂ ਦਾ ਕਰਜ਼ਾ ਮਾਫ ਕਰੋ, ਇਹਦੇ 'ਚ ਅਸੀਂ ਇਹ ਵੀ ਜੋੜ ਸਕਦੇ ਸੀ ਨਾ ਵੀ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰੋ, ਇਹ ਜੋੜੀਆਂ ਜਾ ਸਕਦੀਆਂ ਸੀ ਨਾ ਗੱਲਾਂ। ਲੇਕਿਨ ਸਾਂਝ ਨਹੀਂ ਨਾ ਬਣੀ, ਸਾਰਿਆਂ ਦੀ ਵੱਖਰੀ ਵੱਖਰੀ ਵਿਚਾਰਧਾਰਾ ਹੈ। ਇਸ ਕਰਕੇ ਜਿੰਨੇ ਕੁ ਪ੍ਰੋਗਰਾਮ ਦੇ ਉੱਤੇ ਸਾਂਝ ਬਣੀ ਹੈ, ਉਨੇ ਕੁ ਪ੍ਰੋਗਰਾਮ ਨੂੰ ਲੈ ਕੇ ਇਕੱਠੇ ਹੋਏ ਹਾਂ ਔਰ ਤੈਅ ਕੀਤਾ ਹੈ ਕਿ ਹਰ ਤਰੀਕੇ ਦੇ ਨਾਲ ਅਸੀਂ ਇਸ ਮੋਰਚੇ ਨੂੰ ਨੌਨ ਪੋਲੀਟੀਕਲ ਰੱਖਾਂਗੇ, ਰਾਜਨੀਤਿਕ ਨਹੀਂ ਹੋਣ ਦਿਆਂਗੇ। ਅਸੀਂ ਰਾਜਨੀਤਿਕ ਬੰਦੇ ਨੂੰ ਸਾਡੇ ਲੋਕ ਸਟੇਜ 'ਤੇ ਤਾਂ ਚੜ੍ਹਨ ਨਹੀਂ ਦਿੰਦੇ, ਨਾਲ ਤਾਂ ਬੈਠਣਾ ਠੀਕ ਨਹੀਂ ਸਮਝਦੇ। ਤਾਂ ਫਿਰ ਅੰਦਾਜ਼ਾ ਲਾਓ ਕਿ ਉਹਨਾਂ ਦੀ ਰਾਜਨੀਤਿਕ ਲੋਕਾਂ ਦੇ ਨਾਲ ਖੜ੍ਹ ਕੇ ਕਿਸੇ ਦੀ ਸਪੋਰਟ ਕਰਨਾ ਜਾਂ ਆਪਦੀ ਧਿਰ ਬਣਾਉਣਾ ਇੱਕ ਤਰ੍ਹਾਂ ਦਾ ਮੋਰਚੇ ਦਾ ਕਤਲ ਕਰਨ ਵਾਲੀ ਗੱਲ ਹੋਏਗੀ, ਉਹ ਅਸੀਂ ਬਿਲਕੁਲ ਨਹੀਂ ਹੋਣ ਦਿਆਂਗੇ। ਦਿੱਲੀ ਜਿਹੜੇ ਲੋਕ ਜੋ ਕਿਸਾਨ ਮੋਰਚੇ ਦੇ ਵਿੱਚ ਆਏ ਔਰ ਉਹਨਾਂ ਨੇ ਗੜਬੜੀ ਕਰਨ ਦੀ ਕੋਸ਼ਿਸ਼ ਕੀਤੀ, ਤੁਸੀਂ FIR ਦਰਜ ਕਰਾਈ, ਉਹਨਾਂ ਦਾ ਅੱਗੇ ਕੀ ਹੋਇਆ ਫਿਰ? ਜਿਹੜੀਆਂ ਪਹਿਲੀਆਂ FIR ਹੋਈਆਂ, ਹਾਂਜੀ, ਕੋਈ ਅੱਜ ਤੱਕ ਕੁਛ ਨਹੀਂ ਹੋਇਆ ਜੀ ਉਹਨਾਂ FIRਾਂ 'ਤੇ, ਕਿਸੇ ਐਪਲੀਕੇਸ਼ਨ 'ਤੇ ਨਹੀਂ, ਕਿਉਂਕਿ ਉਹ FIRਾਂ 'ਤੇ ਕਾਰਵਾਈ ਤਾਂ ਹੋਵੇ ਜੇ ਪੁਲਿਸ ਆਜ਼ਾਦ ਹੋਵੇ, ਜੇ ਉਹਨਾਂ ਨੇ ਕੰਮ ਆਪ ਨਾ ਕਰਾਏ ਹੋਣ। ਕੰਮ ਤਾਂ ਖੁਦ ਕੇਂਦਰ ਸਰਕਾਰ ਉੱਧਰੋਂ, ਮੈਂ ਤਾਂ ਬੜਾ ਸਪਸ਼ਟ ਇਸ ਸਟੇਜਾਂ 'ਤੇ ਕਹਿ ਚੁੱਕਾ ਕਿ ਭਾਰਤ ਦਾ ਗ੍ਰਹਿ ਮੰਤਰੀ ਸਾਨੂੰ ਕਿਸ ਤਰ੍ਹਾਂ ਦਾ ਮਿਲਿਆ। ਉਹ ਆਦਮੀ ਹੈ ਜਿੱਤੇ ਖੁਦ ਕੇਸ ਸਨ ਅਤੇ ਉਹਨਾਂ ਕੇਸਾਂ ਤੋਂ ਬਚਣ ਵਾਸਤੇ ਜਿਹੜੇ ਜੱਜ ਦੇ ਕੋਲੇ ਕੇਸ ਚੱਲ ਰਿਹਾ ਉਹਨੂੰ ਉਹਨਾਂ ਨੇ ਖਰੀਦਣ ਦੀ ਕੋਸ਼ਿਸ਼ ਕੀਤੀ, ਉਹ ਖਰੀਦਿਆ ਨਾ ਗਿਆ।
ਉਹਨੂੰ ਡਰਾਉਣ ਦੀ ਕੋਸ਼ਿਸ਼ ਕੀਤੀ, ਉਹ ਡਰਿਆ ਨਹੀਂ, ਅਖੀਰ ਨੂੰ ਉਹਦਾ ਕਤਲ ਕਰਤਾ। ਉਹ ਭਾਰਤ ਦਾ ਹੋਵੇ ਗ੍ਰਹਿ ਮੰਤਰੀ ਤੇ ਫਿਰ ਉਹਦੇ ਰਾਜ ਦੇ ਵਿੱਚ ਜਿਹੜੇ ਨੇ ਇਸ ਤਰ੍ਹਾਂ ਦੇ ਕੰਮ ਹੋਣ, ਜਿਹੜੇ ਬੰਦੇ ਸਾਡੇ ਅੰਦੋਲਨ ਨੂੰ ਫੇਲ ਕਰਨ ਵਾਸਤੇ ਉੱਥੇ ਸ਼ਰਾਰਤੀ ਅਨਸਰ ਭੇਜੇ ਜਾਂਦੇ ਨੇ, ਉੱਥੇ ਉਹ ਹਥਿਆਰਬੰਦ ਹੋ ਕੇ ਤੇ ਸਾਡੇ ਉਸ ਮੋਰਚੇ ਨੂੰ ਤਾਰ ਪੀੜੋ ਕਰਨਾ ਚਾਹੁੰਦੇ ਨੇ, ਸਾਡੀਆਂ ਝੌਂਪੜੀਆਂ ਨੂੰ ਅੱਗਾਂ ਲਾਉਂਦੇ ਨੇ। ਉਹ ਕੋਈ ਐਵੇਂ ਨਹੀਂ ਗਾ ਜਿਨ੍ਹਾਂ ਦੇ ਖਿਲਾਫ ਅਸੀਂ ਐਫਆਈਆਰਾਂ ਕਰਾਈਆਂ, ਦਰਖਾਸਤਾਂ ਦਿੱਤੀਆਂ ਨੇ। ਉਹ ਜਿਹੜੇ ਬੰਦੇ ਭੇਜੇ ਗਏ ਨੇ ਉਹ ਕੇਂਦਰ ਜਿਹੜਾ ਭਾਰਤ ਦਾ ਸਾਡੇ ਦਾ ਗ੍ਰਹਿ ਮੰਤਰੀ ਆ ਅਮਿਤ ਸ਼ਾਹ ਜੀ ਨੇ, ਇਹ ਉਹਨਾਂ ਦੀ ਬਦੌਲਤ ਹੀ ਸਾਰਾ ਹੋ ਰਿਹਾ ਤੇ ਪੁਲਿਸ ਉਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਉਹ ਕਿਵੇਂ ਕਰੇਗੀ। ਇਸ ਕਰਕੇ ਇਹ ਨਹੀਂ ਹੋ ਸਕਦਾ ਕਿ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਵੇ। ਪੁਲਿਸ ਦਾ 27 ਨੂੰ ਬੰਦ ਹੈ, ਉਹਨੂੰ ਸਫਲ ਬਣਾਉਣ ਵਾਸਤੇ ਕੀ ਰਣਨੀਤੀ ਤੈਅ ਕਰੀ ਹੈ? ਟ੍ਰੇਨਾਂ ਵੀ ਬੰਦ ਹੋਣਗੀਆਂ, ਕੀ ਰਹੂਗਾ? ਜੀ ਦੇਖੋ, ਪੂਰਨ ਭਾਰਤ ਬੰਦ, ਪੂਰਨ ਭਾਰਤ ਬੰਦ ਦਾ ਮਤਲਬ ਇਹ ਹੈ ਕਿ ਬਾਜ਼ਾਰ ਵੀ ਬੰਦ ਹੋਣਗੇ, ਉਹਦੇ ਨਾਲ ਜਿਹੜੇ ਰੋਡ ਨੇ ਉਹ ਵੀ ਬੰਦ ਹੋਣਗੇ, ਔਰ ਇਹ ਰੇਲਾਂ ਜਿਹੜੀਆਂ ਨੇ ਉਹ ਵੀ ਬੰਦ ਹੋਣਗੀਆਂ। ਸਾਰਾ ਬੰਦ ਹੋਵੇਗਾ ਸ਼ਾਂਤਮਈ, ਔਰ ਉਹਦੇ ਵਿੱਚ ਜ਼ਰੂਰੀ ਸੇਵਾਵਾਂ ਜਿਹੜੀਆਂ ਨੇ, ਐਮਰਜੈਂਸੀ ਸੇਵਾਵਾਂ, ਜ਼ਰੂਰੀ ਸੇਵਾਵਾਂ, ਉਹਨਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਆ ਉਹ ਅਸੀਂ ਜਿਹੜਾ ਉਹ ਛੋੜ ਦੇਵਾਂਗੇ। ਜਿਸ ਤਰ੍ਹਾਂ ਕਿ ਕੋਈ ਐਂਬੂਲੈਂਸ ਹੈ ਜਾਂ ਕੋਈ ਬਰਾਤ ਹੈ ਜਾਂ ਕੋਈ ਜਿਸ ਤਰ੍ਹਾਂ ਬੱਚਿਆਂ ਦੇ, ਵੈਸੇ ਤਾਂ ਬੱਚਿਆਂ ਦਾ ਇਹਨਾਂ ਨੇ ਫਿਊਚਰ ਹੀ ਸਾਰਾ ਖਤਮ ਕਰ ਦਿੱਤਾ ਹੈ ਵੀ ਹੁਣ ਸਕੂਲਾਂ ਦੇ ਵਿੱਚ ਤਾਂ ਕੋਈ ਸਕੂਲ ਬੰਦ, ਕਾਲਜ ਬੰਦ, ਯੂਨੀਵਰਸਿਟੀਆਂ ਬੰਦ ਤੇ ਪੇਪਰ ਵਾਲਾ ਕੰਮ ਨਹੀਂ। ਪਰ ਫਿਰ ਵੀ ਸਾਨੂੰ ਪਤਾ ਲੱਗਾ ਕਿ ਇੱਥੇ ਵੀ ਪੇਪਰ ਕਾਫੀ ਹੋ ਰਹੇ ਨੇ, ਉਦੋਂ 26 ਤਰੀਕ ਨੂੰ ਜਾਂ 27 ਤੱਕ ਹੋ ਰਹੇ ਨੇ। ਜਿਹੜੇ ਪੇਪਰ ਜਿਨ੍ਹਾਂ ਬੱਚਿਆਂ ਨੇ ਪੇਪਰ ਦੇਣ ਵਾਸਤੇ ਆਉਣਾ, ਉਹਨਾਂ ਨੂੰ ਕਿਸੇ ਵੀ ਕਿਸਮ ਦੀ ਰੁਕਾਵਟ ਨਹੀਂ ਹੋਏਗੀ। ਇਹ ਹੈ ਕਿ ਬੱਚੇ ਦੀ ਉਹਦੀ ਜ਼ਿੰਮੇਵਾਰੀ ਹੋਏਗੀ ਕਿ ਉਹ ਸਾਡੇ ਜਿਹੜੇ ਉੱਥੇ ਆਗੂ ਨੇ, ਉਹਨਾਂ ਆਗੂ ਸਾਹਿਬਾਨਾਂ ਤੱਕ ਪਹੁੰਚ ਕਰਕੇ ਤੋਂ ਦੱਸਿਆ ਜਾਵੇ, ਉਹਨਾਂ ਬੱਚਿਆਂ ਨੂੰ ਵੀ ਕਿਸੇ ਕਿਸਮ ਦੀ ਰੋਕ ਨਹੀਂ ਲਾਈ ਜਾਵੇ। ਧੰਨਵਾਦ ਜੀ। ਜਿਹੜੇ ਕਿਸਾਨ ਸਭਾ 'ਚ ਮਤਲਬ ਨਹੀਂ ਪਹੁੰਚ ਪਾਉਂਦੇ ਜਾਂ ਤੁਹਾਡੀ ਗੱਲ ਨਹੀਂ ਸੁਣ ਆ ਸਕਦੇ, ਉਹਨਾਂ ਵਾਸਤੇ ਕੀ ਅਪੀਲ ਕਰੋਗੇ ਹਨੂੰਮਾਨਗੜ੍ਹ ਗੰਗਾਨਗਰ ਵਾਸਤੇ? ਦੇਖੋ, ਅਸੀਂ ਜਿਹੜੇ ਵੀ ਵੀਰ ਇੱਥੇ ਨਹੀਂ ਪਹੁੰਚੇ, ਅਸੀਂ ਸਭ ਨੂੰ ਅਪੀਲ ਕਰਾਂਗੇ ਕਿ ਜਿਹੜਾ ਇਹ ਮੋਰਚਾ ਹੈ, ਇਹਨੂੰ ਇੱਕ ਤਾਂ ਇਹ ਨਾ ਮੰਨੋ ਵੀ ਇਕੱਲੇ ਕਿਸਾਨਾਂ ਦਾ ਹੈ। ਜਿਸ ਦਿਨ ਕਾਨੂੰਨ ਲਾਗੂ ਹੋ ਗਏ, ਮੰਡੀਆਂ ਟੁੱਟ ਗਈਆਂ, ਐਗਰੀਕਲਚਰ ਦਾ ਢਾਂਚਾ ਕਾਰਪੋਰੇਟ ਲੋਕਾਂ ਦੇ ਕੋਲੇ ਚਲਿਆ ਗਿਆ, ਮਜ਼ਦੂਰਾਂ ਦੇ ਹੱਥਾਂ 'ਚੋਂ ਕੰਮ ਚਲੇ ਜਾਣਾ, ਆੜ੍ਹਤੀਆਂ ਦੇ ਹੱਥਾਂ 'ਚੋਂ ਕੰਮ ਚਲੇ ਜਾਣਾ, ਮੁਨੀਮਾਂ ਦੇ ਹੱਥਾਂ 'ਚੋਂ ਕੰਮ ਚਲੇ ਜਾਣਾ, ਐਫਸੀਆਈ ਦੇ ਮੁਲਾਜ਼ਮਾਂ ਦੇ ਹੱਥਾਂ 'ਚੋਂ ਕੰਮ ਚਲੇ ਜਾਣਾ, ਮੰਡੀ ਬੋਰਡ ਦੇ ਅਧਿਕਾਰੀਆਂ ਦਾ ਕੰਮ, ਨੌਕਰੀਆਂ ਚਲੀਆਂ ਜਾਣੀਆਂ। ਛੋਟੇ ਦੁਕਾਨਦਾਰ ਨੇ, ਪੈਸਟੀਸਾਈਡ ਵਾਲੇ, ਫਰਟੀਲਾਈਜ਼ਰ ਵਾਲੇ, ਸਭ ਦੁਕਾਨਾਂ ਦੇ ਕੰਮ ਬੰਦ ਹੋ ਜਾਣੇ ਆ। ਉਹ ਇਹ ਨਾ ਸਮਝਣ ਵੀ ਇਹ ਕਿਸਾਨਾਂ ਦੀ ਲੜਾਈ ਹੈ, ਇਹ ਉਹਨਾਂ ਸਾਰਿਆਂ ਦੀ ਲੜਾਈ ਆ। ਉਹ ਇਸ ਲੜਾਈ ਦੇ ਵਿੱਚ ਸ਼ਮੂਲੀਅਤ ਕਰਨ ਔਰ ਸ਼ਾਂਤਮਈ ਢੰਗ ਦੇ ਨਾਲ ਇਸ ਅੰਦੋਲਨ ਨੂੰ ਆਪਦਾ ਮੰਨ ਕੇ ਦਾ ਸਾਥ ਦੇਣ। ਸਾਡੀ ਇੱਕ ਤਾਂ ਇਹ ਅਪੀਲ ਹੈ। ਔਰ ਜਿਹੜਾ ਸਾਡਾ ਦਿੱਲੀ ਮੋਰਚਾ ਚੱਲਦਾ ਹੈ, ਸਾਰੇ ਲੋਕਾਂ ਨੂੰ ਅਸੀਂ ਅਪੀਲ ਕਰਾਂਗੇ ਇਸ ਮੋਰਚੇ ਸਾਥ ਦਿਓ। ਅੱਜ ਜਿਹੜਾ 27 ਤਰੀਕ ਵਾਲਾ ਪ੍ਰੋਗਰਾਮ ਹੈ, ਆਪ ਮੁਹਾਰੇ ਕਹਿਣ ਦੀ ਲੋੜ ਨਾ ਪਵੇ, ਆਪੇ ਹੀ ਸਾਰੇ ਵੀਰ, ਟਰਾਂਸਪੋਰਟਰ ਵੀ, ਦੁਕਾਨਦਾਰ ਵੀ ਇਹ ਸਾਡੀ ਸ਼ਾਂਤਮਈ ਅਪੀਲ ਨੂੰ ਪ੍ਰਵਾਨ ਕਰਨ ਔਰ ਉਸ ਦਿਨ ਇਹਨੂੰ ਸਫਲ ਬਣਾਉਣ, ਸਾਡਾ ਸਹਿਯੋਗ ਦੇਣ। ਇਹੀ ਅਸੀਂ ਸਾਰੇ